पश पशु नग नाग नराधप सर्व समय सबको प्रतपारै। उक्त है जल में थल में पल में कल के नहीं कर्म विचारै। दीन दयाल दया निध दुखन देखत है पर देत न हारै। सुख टल गुर सेविय अहनिस सहज सुभाए। दर्शन परसय गुरु कै जन्म मरण दुख जाए। होवै सिफत खुशामदी नूर अरसों कुरसों झट्टियै। तुद डिठे सच्चे पातशाह मल जन्म जन्म दी कट्टियै। सज्जन सच्चा पातशाह सिरशां दा शाह। जिस पास बैठिया सोहियै सबनां दा वेसाह। सतनाम श्री वाहिगुरु साहिब जी। श्लोक राज कपटं रूप कपटं धन कपटं कुल गर्भतः। संचंत बिखया शलं छिद्रं नानक बिन हर संग ना चालती। राज कपटं रूप कपटं धन कपटं कुल गर्भतः। संचंत बिखया शलं छिद्रं नानक बिन हर संग ना चालती। बेखंदड़ो की भुल तुम्मा दिसम सोहना। आड नल हंदड़ो मुल नानक साथ न जुलई माया। पाउड़ी चल दिया नाल न चला सो क्यों संजिया। तिसका कहो क्या जतन जिस ते वंजिया। हर बिसरिया क्यों तृपतावा ना मन रंजिया। प्रभु छोड़ियान लागा नरक समंजिया। हो कृपाल दयाल नानक पाओ भंजिया। प्रभु छोड़ियान लागा नरक समंजिया। हो कृपाल दयाल नानक पाओ भंजिया। वाहिगुरु जी का खालसा वाहिगुरु जी की फतेह। पतत पावन भगत वत्सल करुणा निधान जुग जुग अटल। गरीब निवाज धन धन सतगुरु श्री गुरु ग्रंथ साहिब जी की पावन पवित्र हजूरी अंदर विराजमान समूह गुरु रूप प्यारी साध संगत जीओ। ਧੰਤਾ ਦੇ ਜੋਗ ਹੋ ਜਿਨ੍ਹਾਂ ਨੂੰ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ
ਟੋਡੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤੈ। ਸਤਿਗੁਰੂ ਪਾਤਸ਼ਾਹ ਜੀ ਨੇ ਰਾਜ ਪਾਠ ਨੂੰ ਕੋਈ ਛਲ ਰੂਪ ਨਹੀਂ ਆਖਿਆ, ਧਨ ਨੂੰ ਛਲ ਰੂਪ ਨਹੀਂ ਆਖਿਆ, ਕੁਲ ਨੂੰ ਛਲ ਰੂਪ ਨਹੀਂ ਆਖਿਆ। ਅਖੀਰ ਦੇ ਵਿੱਚ ਜੋ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਗਰਬਤ ਹੈ, ਭਾਵ ਕਿ ਜਿਹੜਾ ਰਾਜ ਪਾਠ ਦਾ ਹੰਕਾਰ ਹੈ ਉਹ ਛਲ ਰੂਪ ਹੈ। ਜਿਹੜਾ ਰੂਪ ਦਾ ਹੰਕਾਰ ਹੈ, ਮਾਣ ਹੈ, ਉਹ ਛਲ ਰੂਪ ਹੈ। ਜਿਹੜਾ ਧਨ ਦਾ ਮਾਣ ਹੈ, ਧਨ ਦਾ ਹੰਕਾਰ ਹੈ, ਉਹ ਛਲ ਰੂਪ ਹੈ। ਜਿਹੜਾ ਕੁਲ ਦਾ ਹੰਕਾਰ ਹੈ, ਉਹ ਛਲ ਰੂਪ ਹੈ। ਭਾਵ ਜੋ ਗਰਬਤੇ ਪਦ ਹੈ ਉਹ ਸ਼ਬਦ ਦੇ ਇੱਕ ਇੱਕ ਪ੍ਰਕਰਨ ਦੇ ਨਾਲ ਜੁੜਦਾ ਹੈ। ਰੂਹੇ ਜ਼ਮੀਨ ਦੇ ਉੱਪਰ ਜਿੱਥੇ ਇਸ ਤਰ੍ਹਾਂ ਦੇ ਰਾਜੇ, ਜਿੱਥੇ ਇਸ ਤਰ੍ਹਾਂ ਦੇ ਧਨੀ, ਇਸ ਤਰ੍ਹਾਂ ਦੇ ਸ਼ਾਹੂਕਾਰ ਹੋਏ, ਜਿਨ੍ਹਾਂ ਦੇ ਮਨ ਦੇ ਵਿੱਚ ਧਨ ਦਾ ਹੰਕਾਰ ਸੀ, ਰਾਜ ਪਾਠ ਦਾ ਹੰਕਾਰ ਸੀ, ਔਰ ਜਿਨ੍ਹਾਂ ਨੂੰ ਅਖੀਰ ਦੇ ਵਿੱਚ ਇਹ ਮਹਿਸੂਸ ਹੋਇਆ ਵੀ ਅਸੀਂ ਛਲੇ ਗਏ ਹਾਂ, ਅਸੀਂ ਧੋਖੇ ਦੇ ਵਿੱਚ ਆ ਗਏ ਹਾਂ। ਜਿਸ ਤਰ੍ਹਾਂ ਜਗਤ ਦੇ ਵਿੱਚ ਕੁਝ ਛਲੀਏ ਲੋਕ ਹੋਇਆ ਕਰਦੇ ਹਨ, ਜਿਹੜੇ ਬਾਹਰ ਦਾ ਰੂਪ ਹੋਰ ਤਰ੍ਹਾਂ ਦਾ ਬਣਾ ਕੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਫਿਰ ਉਹਨਾਂ ਦੇ ਨਾਲ ਛਲ ਕਰਦੇ ਹਨ, ਧੋਖਾ ਕਰਦੇ ਹਨ। ਧਾਰਮਿਕ ਅਸਥਾਨਾਂ ਤੇ, ਬੱਸਾਂ ਤੇ, ਟਰੇਨਾਂ ਤੇ ਇਸ ਤਰ੍ਹਾਂ ਦੇ ਲੋਕ ਮਿਲ ਜਾਂਦੇ ਹਨ। ਪਹਿਲਾਂ ਪਿਆਰ ਪਾ ਲੈਂਦੇ ਹਨ, ਬਾਅਦ ਦੇ ਵਿੱਚ ਸਾਰਾ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਹਨ। ਟੋਡੀ ਰਾਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕਿ ਇਹ ਜੋ ਮਾਇਆ ਹੈ ਇਹ ਛਲ ਰੂਪ ਹੈ। ਜਿਸ ਤਰ੍ਹਾਂ ਕੱਖਾਂ ਦੀ ਅੱਗ ਬਹੁਤ ਜਲਦੀ ਬੁਝ ਜਾਂਦੀ ਹੈ, ਜਿਸ ਤਰ੍ਹਾਂ ਬੱਦਲਾਂ ਦੀ ਛਾਂ ਹੈ ਬਹੁਤ ਜਲਦੀ ਗਰੂਬ ਹੋ ਜਾਂਦੀ ਹੈ, ਜਿਸ ਤਰ੍ਹਾਂ ਹੜ੍ਹ ਦਾ ਜਲ ਹੈ ਇੱਕ ਵਾਰੀ ਬੜਾ ਚੜ੍ਹਾਅ ਹੁੰਦਾ ਹੈ ਫਿਰ ਬਹੁਤ ਜਲਦੀ ਲੱਥ ਜਾਂਦਾ ਹੈ। ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਇਸ ਮਾਇਆ ਦਾ ਹੰਕਾਰ ਕਰਕੇ ਇਹਦੇ ਵਿੱਚ ਨਾ ਕਿਧਰੇ ਆ ਜਾਵੇਂ, ਇਸ ਤੋਂ ਬਚ ਜਾਵੇਂ।
ਸਾਧ ਸੰਗਤ ਜੀ, ਜਿਸ ਤਰ੍ਹਾਂ ਹਰਨਾਕ ਆਦਿਕ ਦਾ ਜ਼ਿਕਰ ਆਉਂਦਾ ਹੈ, ਰਾਵਣ ਆਦਿਕ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਅੰਦਰ, ਜਿਹੜੇ ਪ੍ਰਭੂ ਤੋਂ ਮੁਨਕਰ ਹੋ ਗਏ ਸਨ, ਜਿਨ੍ਹਾਂ ਨੇ ਆਖਿਆ ਕਿ ਮੈਂ ਹੀ ਪ੍ਰਮਾਤਮਾ ਹਾਂ, ਮੈਂ ਹੀ ਰੱਬ ਹਾਂ, ਪਰ ਅਖੀਰ ਉਹਨਾਂ ਨੂੰ ਇਹ ਮਹਿਸੂਸ ਹੋਇਆ, ਪਤਾ ਚੱਲਿਆ ਵੀ ਅਸੀਂ ਤਾਂ ਧੋਖੇ ਦੇ ਵਿੱਚ ਆ ਗਏ ਹਾਂ, ਛਲੇ ਗਏ ਹਾਂ, ਸਾਡੇ ਨਾਲ ਧੋਖਾ ਹੋ ਗਿਆ ਹੈ। ਉੱਥੇ ਰੂਹੇ ਜ਼ਮੀਨ ਦੇ ਉੱਪਰ ਧਰਮੀ ਰਾਜਿਆਂ ਦੀ ਵੀ, ਧਰਮੀ ਪੁਰਸ਼ਾਂ ਦੀ ਵੀ ਕੋਈ ਕਮੀ ਨਹੀਂ ਰਹੀ ਹੈ। ਉਹ ਵੀ ਸਮੇਂ-ਸਮੇਂ ਦੇ ਉੱਪਰ ਜਗਤ ਦੇ ਵਿੱਚ ਹਮੇਸ਼ਾ ਰਹੇ ਹਨ। ਜਦ ਕਿਧਰੇ ਇਸ ਤਰ੍ਹਾਂ ਦੇ ਪੁਰਸ਼ਾਂ ਦੀ ਗੱਲ ਚੱਲਦੀ ਹੈ ਤਾਂ ਨਾਮ ਆ ਜਾਂਦਾ ਹੈ ਰਾਜੇ ਜਨਕ ਦਾ। ਜਿਹੜਾ ਰਾਜਾ ਹੈ, ਰਾਜਾ ਹੁੰਦਿਆਂ ਸੋਨੇ ਦੇ ਬਰਤਨਾਂ ਦੇ ਵਿੱਚ ਭੋਜਨ ਛਕਦਾ ਹੈ, ਸੋਨੇ ਦੇ ਮਹਿਲਾਂ ਦੇ ਵਿੱਚ ਰਹਿੰਦਾ ਹੈ, ਪਰ ਮਜਾਲ ਹੈ ਕਿ ਮਾਇਆ ਉਹਦੇ ਵਾਸਤੇ ਕੋਈ ਛਲ ਹੈ। ਉਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ। ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਤਿਆਰ ਕਰਵਾ ਰਹੇ ਸਨ, ਲਿਖਵਾ ਰਹੇ ਸਨ, ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ, ਕਹਿੰਦੇ ਉਸ ਵਕਤ ਲਾਹੌਰ ਤੋਂ ਕੁਝ ਇਸ ਤਰ੍ਹਾਂ ਦੇ ਅਭਿਆਸੀ ਆਏ ਜਿਹੜੇ ਅਜੇ ਮੰਜ਼ਿਲ ਤੱਕ ਤਾਂ ਨਹੀਂ ਅੱਪੜੇ ਹੋਏ ਸਨ, ਪਰ ਇਹ ਦਾਅਵਾ ਕਰ ਰਹੇ ਸਨ ਵੀ ਅਸੀਂ ਬ੍ਰਹਮ ਗਿਆਨੀ ਹੋ ਗਏ ਹਾਂ, ਸੰਤ ਹੋ ਗਏ ਹਾਂ। ਸਾਡੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਜਾਵੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲੰਬੀ ਚੌੜੀ ਗਾਥਾ ਦਾ ਜ਼ਿਕਰ ਕੀਤਾ ਹੈ। ਇੱਥੇ ਜੋ ਪ੍ਰਸੰਗਕ ਹੈ ਉਹਨਾਂ ਦੇ ਵਿੱਚੋਂ ਜਿਹੜਾ ਸ਼ਾਹ ਹੁਸੈਨ ਸੀ, ਉਸ ਨੇ ਆਖਿਆ, ਅਸਾਂ ਨਾਲੋਂ ਸੇ ਭਲੇ ਜੋ ਜੰਮਦਿਆਂ ਮੋਏ, ਚਿੱਕੜ ਪੈਰ ਨਾ ਬੋਡਿਓ ਨਾ ਆਲੂਦ ਭਏ। ਕਹਿੰਦੇ ਸਾਡੇ ਨਾਲੋਂ ਤਾਂ ਉਹ ਚੰਗੇ ਜਿਹੜੇ ਜੰਮਦਿਆਂ ਹੀ ਮਰ ਗਏ। ਕਹਿੰਦੇ ਸੰਸਾਰ ਚਿੱਕੜ ਦੀ ਤਰ੍ਹਾਂ ਸੀ, ਪਰ ਚਿੱਕੜ ਦੇ ਵਿੱਚ ਉਹਨਾਂ ਨੇ ਆਪਣਾ ਪੈਰ ਹੀ ਨਹੀਂ ਰੱਖਿਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਤੁਹਾਡੇ ਜਿਹੜੇ ਬੋਲ ਹਨ ਇਹ ਗੁਰਮਤਿ ਦੇ ਨਾਲ ਮੇਲ ਨਹੀਂ ਖਾਂਦੇ ਹਨ। ਗੁਰਮਤਿ ਦਾ ਇਹ ਸਿਧਾਂਤ ਹੈ ਕਿ ਸੰਸਾਰ ਦੇ ਵਿੱਚ ਰਹਿਣਾ ਹੈ ਸਿੱਖ ਨੇ, ਪਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਰਹਿਣਾ ਹੈ। ਕਈ ਵਾਰੀ ਬੜੇ ਬੜੇ ਬੈਰਾਗਮਈ ਸ਼ਬਦ ਆਉਂਦੇ ਹਨ। ਇਹ ਖਿਆਲ ਪੈਦਾ ਹੁੰਦਾ ਹੈ ਵੀ ਸ਼ਾਇਦ ਸਤਿਗੁਰੂ ਜੀ ਸਭ ਕੁਝ ਦਾ ਤਿਆਗ ਕਰਨ ਦੀ ਪ੍ਰੇਰਨਾ ਦੇ ਰਹੇ ਹਨ। ਘਰ-ਬਾਰ ਦਾ ਤਿਆਗ ਕਰ ਦਿਓ, ਰਾਜ ਪਾਠ ਦਾ ਤਿਆਗ ਕਰ ਦਿਓ, ਬਾਲ ਬੱਚੇ ਦਾ ਤਿਆਗ ਕਰ ਦਿਓ। ਪਰ ਜਦ ਗਹਿਰਾਈ ਤੱਕ ਜਾਈਦਾ ਹੈ ਤਾਂ ਸਤਿਗੁਰੂ ਜੀ ਸਮਝਾਉਂਦੇ ਹਨ, ਸਰੀਰ ਕਰਕੇ ਸੰਬੰਧ ਨਹੀਂ ਤੋੜਨੇ ਹਨ, ਮਨ ਕਰਕੇ ਸੰਬੰਧ ਤੋੜਨੇ ਹਨ। ਸੰਬੰਧ ਤੋੜਨ ਤੋਂ ਬਗੈਰ ਖੇਡ ਨਹੀਂ ਬਣਦੀ ਹੈ, ਪਰ ਸਰੀਰ ਕਰਕੇ ਨਹੀਂ ਰਹਿਣਾ ਸੰਸਾਰ ਦੇ ਵਿੱਚ ਹੀ ਹੈ। ਪਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਮੁਖ ਨੇ ਨਿਰਲੇਪ ਰਹਿਣਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿੱਧਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ।
ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਨ, ਜਿਹੜੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜਦੇ ਹਨ, ਉਹਨਾਂ ਨੂੰ ਇੱਕ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਜੋ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਦੇ ਵਿੱਚ ਲਿਪਾਏਮਾਨ ਨਹੀਂ ਹੁੰਦੇ ਹਨ, ਸੰਸਾਰ ਦੇ ਵਿੱਚ ਡੁੱਬਦੇ ਨਹੀਂ ਹਨ। ਨਾ ਉਹਨਾਂ ਨੂੰ ਰਾਜਨੀਤੀ ਡੋਬਦੀ ਹੈ, ਨਾ ਉਹਨਾਂ ਨੂੰ ਧਨ ਡੋਬਦਾ ਹੈ, ਨਾ ਉਹਨਾਂ ਨੂੰ ਪਰਿਵਾਰ ਡੋਬਦਾ ਹੈ, ਨਾ ਉਹਨਾਂ ਨੂੰ ਸੰਸਾਰ ਡੋਬਦਾ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਇਸ ਭਾਵ ਦੇ ਬਚਨ ਆਉਂਦੇ ਹਨ। ਜੈਸੇ ਕੁਲਾ ਵਧੂ ਅੰਗ ਰਚਿਤ ਸ਼ਿੰਗਾਰ ਖੋੜਸ, ਤੇਈ ਗਨ ਕਾ ਰਚਿਤ ਸਗਲ ਸ਼ਿੰਗਾਰ ਜੀ। ਕੁਲਾ ਵਧੂ ਸੇਜਾ ਸਮੈ ਰਮੈ ਪਧਾਰ, ਏਕ ਬੇਸਵਾ ਅਨੇਕ ਸਹਿ ਕਰਤ ਬਿਬਚਾਰ ਜੀ। ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ, ਬੇਸਵਾ ਪਰਸਤ ਅਬ ਜਸ ਹੋਏ ਵਿਕਾਰ ਜੀ। ਤੈਸੇ ਗੁਰ ਸਿੱਖਨ ਕੋ ਪਰਮ ਪਵਿੱਤਰ ਮਾਇਆ, ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਵਾਸਤੇ ਜੋ ਮਾਇਆ ਹੈ ਉਹ ਪਰਮ ਪਵਿੱਤਰ ਹੈ, ਕਿਉਂਕਿ ਉਹਨਾਂ ਨੂੰ ਇਹ ਜੁਗਤ ਸਮਝ ਵਿੱਚ ਆ ਗਈ। ਸੁਰਤ ਨੂੰ ਸ਼ਬਦ ਦੇ ਵਿੱਚ ਜੋੜਨਾ ਹੈ, ਬਾਣੀ ਦੇ ਵਿੱਚ ਜੋੜਨਾ ਹੈ, ਨਾਮ ਦੇ ਵਿੱਚ ਜੋੜਨਾ ਹੈ। ਇਸ ਕਰਕੇ ਉਹ ਸੰਸਾਰ ਦੇ ਵਿੱਚ ਰਹਿੰਦੇ, ਸੰਸਾਰ ਦੇ ਵਿੱਚ ਖਚਤ ਨਹੀਂ ਹੁੰਦੇ ਹਨ, ਸੰਸਾਰ ਦੇ ਵਿੱਚ ਲਿਪਾਏਮਾਨ ਨਹੀਂ ਹੁੰਦੇ ਹਨ, ਸੰਸਾਰ ਦੇ ਵਿੱਚ ਰਹਿੰਦੇ ਹੋਏ ਨਿਰਲੇਪ ਰਹਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਰਾਜੇ ਜਨਕ ਜੀ ਦੇ ਸੰਬੰਧ ਦੇ ਵਿੱਚ ਜ਼ਿਕਰ ਕੀਤਾ ਹੈ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਜਮਪੁਰ ਗਿਆ ਪੁਕਾਰ ਸੁਣ, ਵਿਲ ਲਾਵਨ ਜੀ ਨਰਕ ਨਿਵਾਸੀ। ਕਹਿੰਦੇ ਨਰਕਾਂ ਦੇ ਵਿੱਚ ਪਾਏ ਹੋਏ ਜੀਵ ਵਿਰਲਾਪ ਕਰ ਰਹੇ ਸਨ, ਪੁਕਾਰਾਂ ਕਰ ਰਹੇ ਸਨ। ਧਰਮ ਰਾਏ ਨੂੰ ਅਖਿਓਨ, ਸਭਨਾ ਦੀ ਕਰ ਬੰਦ ਖਲਾਸੀ। ਕਹਿੰਦੇ ਸਾਰਿਆਂ ਨੂੰ ਮੁਕਤ ਕਰ ਦਿਓ, ਨਰਕਾਂ ਦੇ ਵਿੱਚੋਂ ਕੱਢ ਦਿਓ। ਕਹਿੰਦੇ ਕਰੇ ਬੇਨਤੀ ਧਰਮ ਰਾਏ, ਹੋ ਸੇਵਕ ਠਾਕੁਰ ਅਬਨਾਸੀ। ਕਹਿੰਦੇ ਠੀਕ ਹੈ, ਮੈਂ ਮਹਾਂਪੁਰਸ਼ਾਂ ਦਾ ਸਨਮਾਨ ਕਰਦਾ ਹਾਂ, ਪਰ ਮੈਂ ਵੀ ਕਿਸੇ ਦੇ ਹੁਕਮ ਦੇ ਵਿੱਚ ਇੱਥੇ ਬੈਠਾ ਹੋਇਆ ਹਾਂ। ਮੈਂ ਇਸ ਤਰ੍ਹਾਂ ਕਿਵੇਂ ਇਹਨਾਂ ਨੂੰ ਬਾਹਰ ਕੱਢ ਸਕਦਾ ਹਾਂ। ਕਹਿੰਦੇ ਫਿਰ ਗਹਿਣੇ ਧਰਿਓ ਨ ਏਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਵੀ ਇੱਕ ਘੜੀ ਦਾ ਸਿਮਰਨ ਜਿਹੜਾ ਹੈ ਨਾ ਮੇਰਾ, ਉਹ ਤੂੰ ਗਹਿਣੇ ਰੱਖ ਲੈ। ਜਿਸ ਵਕਤ ਉਹ ਤੱਕੜੀ ਦੇ ਵਿੱਚ ਪਾਏ, ਇੱਕ ਪਾਸੇ ਜੀਵਾਂ ਦੇ ਪਾਪ ਪਾਏ, ਇੱਕ ਪਾਸੇ ਉਹ ਜਨਕ ਜੀ ਦਾ ਇੱਕ ਘੜੀ ਦਾ ਸਿਮਰਿਆ ਹੋਇਆ ਨਾਮ ਪਾਇਆ। ਭਗਤ ਵੱਡਾ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਦੇਖੋ ਧਾਰਮਿਕ ਜਗਤ ਦੇ ਵਿੱਚ ਐਸਾ ਕਿਹਾ ਗਿਆ ਹੈ, ਆਪਣੇ ਪਾਪਾਂ ਨੂੰ ਬਹੁਤਾ ਮਹਾਨ ਨਾ ਸਮਝਿਓ, ਇਹ ਬਹੁਤੇ ਮਹਾਨ ਨਹੀਂ ਹਨ, ਇਹਨਾਂ ਦਾ ਪ੍ਰਭਾਵ ਨਾ ਕਬੂਲੋ। ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ, ਬਾਣੀ ਪੜੋ, ਨਾਮ ਜਪੋ। ਇੱਥੋਂ ਤੱਕ ਲਿਖਿਆ ਹੈ, ਪਾ ਸੰਗ ਪਾਪ ਨਾ ਪੁੱਜਨੀ, ਗੁਰਮੁਖ ਅਤੁਲ ਨਾ ਤੋਲ ਤੁਲਾਸੀ। ਜਿਵੇਂ ਵਜਨ ਪੂਰਾ ਕਰਨ ਵਾਸਤੇ ਪਾਸਕੂ ਪਾਇਆ ਜਾਂਦਾ ਹੈ ਨਾ, ਕਹਿੰਦੇ ਸਾਰੇ ਜੀਵਾਂ ਦੇ ਇੱਕ ਪਾਸੇ ਪਾਪ ਸਨ, ਇੱਕ ਪਾਸੇ ਜਨਕ ਜੀ ਦਾ ਇੱਕ ਘੜੀ ਦਾ ਨਾਮ ਸੀ। ਉਹ ਪਾਪ ਜਿਹੜੇ ਸਨ ਪਾਸਕੂ ਦੇ ਵੀ ਵੱਟੇ ਵੀ ਨਾ ਤੁਲ ਸਕੇ, ਪਾਸਕੂ ਦੀ ਵੀ ਬਰਾਬਰੀ ਨਾ ਕਰ ਸਕੇ।
परमात्मा दे नाम दियां बहुत वड्डियां बरकतां हन, पर गल ये है भी आपां इस पासे आउंदे कोई नहीं हां, आपां सिमरनदे नहीं हां। पास संग पाप ना पुजनी, कहंदे पास को भी ना पुज सके। गुरमुख अतुल ना तोल तुलासी, मुक्त भुगत नावे की दासी। ये सब नाम दियां दासियां हन। साध संगत जी फिर देखो महाराजा रणजीत सिंह होया है सिख जगत दे विच, ਜਿਹੜਾ ਅੱਧੀ ਰਾਤ ਉੱਠ ਕੇ ਆਪਣਾ ਭੇਸ ਬਦਲ ਕੇ ਆਪਣੀ ਪ੍ਰਜਾ ਦੇ ਦੁਖਿਆਰਿਆਂ ਦੇ ਦੁਖੜੇ ਜਾਣਦਾ ਹੈ, ਸੁਣਦਾ ਹੈ, ਦੇਖਦਾ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ। ਇੱਕ ਸੱਚੇ ਰਾਜਨੀਤਿਕ ਦਾ, ਇੱਕ ਰਾਜੇ ਦਾ ਇਹੀ ਤਾਂ ਫਰਜ਼ ਹੈ। ਭਾਈ ਗੁਰਦਾਸ ਸਾਹਿਬ ਜੀ ਇੱਕ ਜਗ੍ਹਾ ਫਰਮਾਉਂਦੇ ਹਨ ਨਾ, ਰਾਜੇ ਪਾਪ ਕਮਾਵੰਦੇ, ਉਲਟੀ ਵਾੜ ਖੇਤ ਕਉ ਖਾਈ। ਵਾੜ ਤਾਂ ਖੇਤ ਦੀ ਰਾਖੀ ਵਾਸਤੇ ਹੁੰਦੀ ਹੈ, ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗੇ ਫਿਰ ਖੇਤ ਦਾ ਰਾਖਾ ਕੌਣ ਬਣੇ। ਜਗਤ ਦੇ ਵਿੱਚ, ਰੂਹੇ ਜ਼ਮੀਨ ਦੇ ਵਿੱਚ ਬੜੇ ਬੜੇ ਧਰਮੀ ਰਾਜੇ ਵੀ ਹੋਏ ਹਨ ਅਤੇ ਅਧਰਮੀ ਰਾਜੇ ਵੀ ਹੋਏ ਹਨ। ਜਿਨ੍ਹਾਂ ਨੇ ਧਰਮ ਕਮਾਇਆ ਉਹਨਾਂ ਦੀ ਅੱਜ ਵੀ ਜੈ ਜੈਕਾਰ ਹੈ। ਦੇਖੋ ਇਤਿਹਾਸ ਦੇ ਵਿੱਚ ਜ਼ਿਕਰ ਹੈ, ਜਿਹੜੇ ਕਮਜ਼ੋਰ ਸਨ, ਜਿਨ੍ਹਾਂ ਦੇ ਕੋਲੋਂ ਅਨਾਜ ਚੁੱਕਿਆ ਨਹੀਂ ਜਾਂਦਾ, ਮਹਾਰਾਜਾ ਰਣਜੀਤ ਸਿੰਘ ਅਨਾਜ ਦੀਆਂ ਪੰਡਾਂ ਆਪਣੇ ਸਿਰ ਤੇ ਰੱਖ ਕੇ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਉਂਦਾ ਹੈ। ਜੇ ਬੱਚੇ ਬੇਰੀ ਨੂੰ ਵੱਟੇ ਮਾਰਦੇ ਹਨ, ਉਹ ਭੁਲੇਖੇ ਦੇ ਨਾਲ ਮਹਾਰਾਜੇ ਨੂੰ ਲੱਗ ਜਾਂਦਾ ਹੈ, ਤਾਂ ਉਹ ਉਹਨਾਂ ਦੇ ਬਦਲੇ ਬੱਚਿਆਂ ਨੂੰ ਮੋਹਰਾਂ ਦੇ ਬੁੱਕ ਭਰ ਭਰ ਕੇ ਦਿੰਦਾ ਹੈ। ਕਹਿੰਦਾ ਜੇ ਇਹ ਬੇਰੀ ਤੁਹਾਨੂੰ ਬੇਰ ਦਿੰਦੀ ਹੈ, ਪੁੱਛਦਾ ਹੈ ਨਾ ਬੱਚਿਓ ਤੁਸੀਂ ਕਿਉਂ ਵੱਟੇ ਮਾਰਦੇ ਹੋ? ਕਹਿੰਦੇ ਜੀ ਤੁਹਾਨੂੰ ਨਹੀਂ ਮਾਰਦੇ, ਬੇਰੀ ਨੂੰ ਮਾਰਦੇ ਆ। ਕਿਉਂ ਮਾਰਦੇ ਹੋ? ਕਹਿੰਦੇ ਬੇਰੀ ਬੇਰ ਦਿੰਦੀ ਹੈ। ਕਹਿੰਦਾ ਫਿਰ ਮੈਂ ਬੇਰੀ ਨਾਲੋਂ ਵੀ ਗਿਆ ਗੁਜ਼ਰਿਆ ਹੋਇਆ ਹਾਂ, ਜੇ ਬੇਰੀ ਬੇਰ ਦਿੰਦੀ ਹੈ। ਮੈਂ ਤਾਂ ਇੱਕ ਰਾਜਾ ਹਾਂ, ਮੈਨੂੰ ਗੁਰੂ ਨੇ ਰਾਜਾ ਬਣਾਇਆ ਹੈ, ਇਸ ਕਰਕੇ ਮੋਹਰਾਂ ਦੇ ਬੁੱਕ ਭਰ ਭਰ ਕੇ ਬੱਚਿਆਂ ਨੂੰ ਦਿੰਦਾ ਹੈ। ਇਹੋ ਜਿਹੇ ਰਾਜੇ ਵੀ ਹੋਏ ਹਨ। ਇੱਕ ਬਿਰਧ ਮਾਤਾ ਕਹਿੰਦੇ ਵੀ, ਲੋਕ ਕਹਿੰਦੇ ਹਨ ਕਿ ਸਾਡਾ ਮਹਾਰਾਜਾ ਰਣਜੀਤ ਸਿੰਘ ਪਾਰਸ ਹੈ। ਉਹ ਤਵਾ ਲੈ ਕੇ ਆ ਜਾਂਦੀ ਹੈ, ਮਹਾਰਾਜੇ ਦੇ ਨਾਲ ਘਸਾਉਣ ਲੱਗ ਪੈਂਦੀ ਹੈ। ਮਹਾਰਾਜਾ ਇਸ ਅਦਾ ਤੋਂ ਬੜੇ ਖੁਸ਼ ਹੁੰਦੇ ਹਨ। ਕਹਿੰਦੇ ਵੀ ਤਵੇ ਦੇ ਬਰਾਬਰ ਦਾ ਤੋਲ ਕੇ ਸੋਨਾ ਦੇ ਦਿਓ। ਇਸ ਤਰ੍ਹਾਂ ਦੇ ਕਾਰਨਾਮੇ ਹਨ। ਇਹੋ ਜਿਹੇ ਰਾਜੇ ਹੋਏ ਹਨ। ਠੀਕ ਹੈ, ਛਲ ਰੂਪ ਹੈ ਰਾਜ ਪਾਠ, ਪਰ ਸਾਰਿਆਂ ਵਾਸਤੇ ਨਹੀਂ ਹੈ। ਕਿਸੇ ਵਾਸਤੇ ਛਲ ਰੂਪ ਹੈ, ਕਿਸੇ ਵਾਸਤੇ ਅੰਮ੍ਰਿਤ ਹੀ ਹੈ, ਕਿਸੇ ਵਾਸਤੇ ਕੋਈ ਛਲ ਰੂਪ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਵੇਂ ਜਿਵੇਂ ਇਹ ਮਹਾਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਅਖਰੀ ਅਰਥ ਆਪਾਂ ਜੋ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੁਲ ਗਰਬਤ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਤਸਰੀ ਦੀ ਵਾਰ ਦੀ 10ਵੀਂ ਪੌੜੀ ਦੇ ਵਿੱਚ ਸ਼ਲੋਕ ਦੇ ਵਿੱਚ ਮਹਾਰਾਜ ਜੀ ਫਰਮਾ ਰਹੇ ਹਨ, ਰਾਜ ਦਾ ਮਾਣ ਕਪਟ ਰੂਪ ਹੈ, ਛਲ ਰੂਪ ਹੈ। ਰੂਪ ਦਾ ਮਾਣ ਛਲ ਰੂਪ ਹੈ। ਕਿਉਂਕਿ ਕਈਆਂ ਨੂੰ ਇਸ ਗੱਲ ਦਾ ਵੀ ਬੜਾ ਮਾਣ ਹੁੰਦਾ ਹੈ ਵੀ ਮੇਰੀ ਪਰਸਨੈਲਿਟੀ ਬਹੁਤ ਹੈ। ਜੇ ਗੁਣ ਹੀ ਕੋਈ ਨਹੀਂ ਅੰਦਰ, ਪਰਸਨੈਲਿਟੀ ਨੂੰ ਕੀ ਕਰੇਗਾ? ਮਾਣ ਤਾਂ ਗੁਣਾਂ ਦਾ ਹੈ।
ਗੁਣ ਵਿਹੂਣ ਸੋਭਾ ਕਹਾਂ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿੰਦੇ ਜਗਤ ਦੇ ਵਿੱਚ ਜੇ ਸੋਭਾ ਮਿਲਦੀ ਹੈ, ਮਾਣ ਮਿਲਦਾ ਹੈ, ਗੁਣਾ ਕਰਕੇ ਮਿਲਦਾ ਹੈ, ਸ਼ਕਲ ਕਰਕੇ ਨਹੀਂ ਮਿਲਦਾ ਹੈ। ਜੇ ਦੇਵੀ ਗੁਣ ਹਨ ਤਾਂ ਮਾਣ ਮਿਲਦਾ ਹੈ। ਮਹਾਰਾਜ ਕਹਿੰਦੇ ਇਹ ਵੀ ਛਲ ਰੂਪ ਹੈ, ਜੇਕਰ ਬੰਦਾ ਇਸ ਦਾ ਮਾਣ ਕਰੇ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ। ਤਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਤੀਸਰਾ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਜਿਹੜਾ ਧਨ ਹੈ ਇਸ ਦਾ ਮਾਣ ਵੀ ਛਲ ਰੂਪ ਹੈ। ਵਾਹਿਗੁਰੂ ਜੀ ਦੇ ਕੋਲੋਂ ਡਰਨਾ ਚਾਹੀਦਾ ਹੈ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਉਤਰਾ ਆ ਜਾਵੇ, ਕਿਹੜੇ ਵੇਲੇ ਚੜਾ ਆ ਜਾਵੇ। ਇਹ ਤਾਂ ਚੱਲਦਾ ਰਹਿੰਦਾ ਹੈ ਸਿਲਸਿਲਾ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ। ਬਸਤੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਨਿਰਧਨਾਂ ਨੂੰ ਉਹ ਧਨਵਾਨ ਬਣਾ ਦਿੰਦਾ ਹੈ, ਧਨਵਾਨਾਂ ਨੂੰ ਨਿਰਧਨ ਬਣਾ ਦਿੰਦਾ ਹੈ। ਮੂਰਖਾਂ ਨੂੰ ਗਿਆਨਵਾਨ ਬਣਾ ਦਿੰਦਾ ਹੈ, ਗਿਆਨਵਾਨਾਂ ਨੂੰ ਮੂਰਖ ਬਣਾ ਦਿੰਦਾ ਹੈ। ਡਰਨਾ ਚਾਹੀਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ ਕਿ ਧਨ ਦਾ ਮਾਣ ਕਰਨਾ, ਧਨ ਹੋਣਾ, ਉਹਨੂੰ ਵਰਤਣਾ ਹੋਰ ਗੱਲ ਹੈ। ਇਹਦਾ ਹੰਕਾਰ ਕਰਨਾ ਮਹਾਰਾਜ ਕਹਿੰਦੇ ਛਲ ਰੂਪ ਹੈ। ਕੁਲ ਗਰਬਤ ਹੈ। ਫਿਰ ਕਹਿੰਦੇ ਆਪਣੇ ਆਪ ਨੂੰ ਉੱਚੀ ਕੁਲ ਵਾਲਾ ਜਾਣ ਕੇ ਉਹਦਾ ਮਾਣ ਕਰਨਾ। ਪ੍ਰਭੂ ਦੀ ਦਰਗਾਹ ਦੇ ਵਿੱਚ ਤਾਂ ਕਹਿੰਦੇ ਕੋਈ ਇਸ ਤਰ੍ਹਾਂ ਦੀ ਵਿਸ਼ੇਸ਼ਤਾ ਹੈ ਨਹੀਂ। ਜਾਤ ਜਨਮ ਨੇ ਪੁੱਛੀਐ, ਸੱਚ ਕਰ ਲਿਓ ਬਤਾਏ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਸੰਸਾਰ ਵਿੱਚ ਵੀ ਪ੍ਰਭੂ ਦੀ ਦਰਗਾਹ ਵਿੱਚ ਵੀ ਇੱਥੇ ਤਾਂ ਮਹਿਮਾ ਪਰਮਾਤਮਾ ਦੇ ਨਾਮ ਦੀ ਹੈ। ਇਸ ਯੁਗ ਮੈਂ ਸੋਭਾ ਨਾਮ ਕੀ, ਬਿਨ ਨਾਮੈ ਸੋਭ ਨਾ ਹੋਏ। ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਬ ਨਾ ਹੋਏ। ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਮਹਿਮਾ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੁੱਛੋ ਬਿਦਰ ਦਾਸੀ ਸੁਤੈ, ਕਿਸ਼ਨ ਉਤਰਿਆ ਘਰ ਜਿਸ ਜਾਏ। ਹਰ ਕੀ ਅਕਥ ਕਥਾ ਸੁਨੋ ਜਨ ਭਾਈ, ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ। ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਵੱਡੀਆਂ ਵੱਡੀਆਂ ਉੱਚੀਆਂ ਜਾਤਾਂ ਵਾਲੇ ਰਵਿਦਾਸ ਜੀ ਦੇ ਚਰਨ ਪਰਸਣ ਆਉਂਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੈ। ਕੁੱਲ ਦੀ ਕੋਈ ਮਹਿਮਾ ਨਹੀਂ, ਮਹਿਮਾ ਹੈ ਪਰਮਾਤਮਾ ਦੇ ਨਾਮ ਦੀ ਹੈ। ਨਾਮ ਦੇਵ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹੈ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲਿਆ ਮੁਖ ਲਾਏ। ਰੋਜ਼ਾਨਾ ਆਪਾਂ ਪੜ੍ਹਦੇ ਸੁਣਦੇ ਆ ਨਾ ਰਹਿਰਾਸ ਸਾਹਿਬ ਜੀ ਦੇ ਵਿੱਚ, ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਰਸੇਵਿਆ, ਅੰਤ ਲਏ ਛਡਾਇਆ। ਮਹਾਰਾਜ ਸਮਝਾਉਂਦੇ ਹਨ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਹੰਕਾਰ ਕਰਨਾ ਹੈ ਇਹ ਛਲ ਰੂਪ ਹੈ। ਐ ਜੀਵ ਇਹਨਾਂ ਦਾ ਹੰਕਾਰ ਨਾ ਕਰ, ਵਰਨਾ ਤੂੰ ਅਖੀਰ ਦੇ ਵਿੱਚ ਛਲਿਆ ਜਾਵੇਂਗਾ। ਸੰਚੰਤ ਵਿਖਿਆ ਸ਼ਲੰ ਛਿਦਰੰ,
ਨਾਨਕ ਬਿਨ ਹਰ ਸੰਗ ਨਾ ਚਾਲਤੀ। ਕਹਿੰਦੇ ਫਿਰ ਛਲ ਕਰਕੇ, ਧੋਖਾ ਕਰਕੇ, ਬੇਈਮਾਨੀ ਕਰਕੇ ਜਿਹੜਾ ਤੂੰ ਧਨ ਇਕੱਠਾ ਕਰਦਾ ਹੈ, ਇਹ ਕਹਿੰਦੇ ਤੇਰੇ ਨਾਲ ਜਾਣ ਵਾਲਾ ਨਹੀਂ, ਤੈਨੂੰ ਸੁੱਖ ਦੇਣ ਵਾਲਾ ਨਹੀਂ ਹੈ। ਕਿਉਂਕਿ ਵੈਸੇ ਕਮਾਈ ਕਰਨੀ, ਉੱਦਮ ਕਰਨਾ, ਮਿਹਨਤ ਕਰਨੀ, ਉਹਦੀ ਕੋਈ ਮਨਾਹੀ ਨਹੀਂ ਕੀਤੀ ਗਈ ਹੈ ਗੁਰਮਤਿ ਦੇ ਵਿੱਚ। ਮਹਾਰਾਜ ਆਪ ਆਖਦੇ ਹਨ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਭੁੰਚ ਮਿਹਨਤ ਕਰ। ਧਿਆਏਂਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਪਰ ਇੱਥੇ ਜੋ ਮਹਾਰਾਜ ਸਿਧਾਂਤ ਰੱਖ ਰਹੇ ਹਨ, ਸਮਝਾ ਰਹੇ ਹਨ, ਕਹਿੰਦੇ ਛਲ ਕਰਕੇ ਨਾ ਕਮਾ, ਹੇਰਾ ਫੇਰੀ ਕਰਕੇ ਨਾ ਕਮਾ, ਬੇਈਮਾਨੀ ਕਰਕੇ ਨਾ ਕਮਾਈ ਕਰ, ਉਹਦੇ ਨਾਲ ਤੈਨੂੰ ਸੁੱਖ ਨਹੀਂ ਮਿਲੇਗਾ। ਤੂੰ ਆਪਣੀ ਵੀ ਬਰਬਾਦੀ ਕਰੇਂਗਾ, ਬੱਚਿਆਂ ਦੀ ਵੀ ਬਰਬਾਦੀ ਕਰੇਂਗਾ, ਪਰਿਵਾਰ ਦੀ ਬਰਬਾਦੀ ਕਰੇਂਗਾ, ਜੇਕਰ ਤੂੰ ਧੋਖੇ ਨਾਲ, ਛਲ ਨਾਲ, ਬੇਈਮਾਨੀ ਦੇ ਨਾਲ, ਹੇਰਾ ਫੇਰੀ ਦੇ ਨਾਲ ਧਨ ਇਕੱਠਾ ਕਰੇਂਗਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਮਧਮਾਖੀ ਸੀਂਚ ਸੀਂਚ ਕੇ ਇਕੱਤਰ ਕਰੈ, ਹਰੇ ਮਧੂ ਆਏ ਤਾਕੇ ਮੁਖ ਸ਼ਾਰ ਡਾਰ ਕੈ। ਕਹਿੰਦੇ ਮਧੂ ਮੱਖੀ ਜਿਹੜੀ ਵਿਚਾਰੀ ਹੈ, ਉਹ ਸ਼ਹਿਦ ਇਕੱਠਾ ਕਰਦੀ ਰਹਿੰਦੀ ਹੈ, ਕਰਦੀ ਰਹਿੰਦੀ ਹੈ। ਜਿਹੜੇ ਸ਼ਹਿਦ ਚੋਣ ਵਾਲੇ ਹਨ, ਉਹਦੇ ਅੱਖਾਂ ਦੇ ਵਿੱਚ, ਉਹਦੇ ਮੂੰਹ ਦੇ ਵਿੱਚ ਸਵਾਹ ਪਾ ਕੇ ਸ਼ਹਿਦ ਆਪ ਪ੍ਰਾਪਤ ਕਰ ਲੈਂਦੇ ਹਨ। ਧੂਆਂ ਜਿਹਾ ਧੁਖਾ ਕੇ ਉਹਦੀਆਂ ਅੱਖਾਂ ਵਿੱਚ ਪਾ ਕੇ, ਮੂੰਹ ਵਿੱਚ ਪਾ ਕੇ ਸ਼ਹਿਦ ਉਹ ਆਪ ਚੋ ਲੈਂਦੇ ਹਨ। ਕਹਿੰਦੇ ਜੇ ਤੂੰ ਧੋਖੇ ਦੇ ਨਾਲ ਕਰੇਗਾ ਨਾ ਸਾਰਾ ਕੁਝ, ਤੇਰੇ ਨਾਲ ਵੀ ਇੱਕ ਦਿਨ ਧੋਖਾ ਹੋਵੇਗਾ। ਜੇ ਬੇਈਮਾਨੀ ਕਰੇਗਾ, ਤੇਰੇ ਨਾਲ ਵੀ ਹੋਵੇਗਾ। ਜੈਸੇ ਮਧਮਾਖੀ ਸੀਂਚ ਸੀਂਚ ਕੇ ਇਕੱਤਰ ਕਰੈ, ਹਰੇ ਮਧੂ ਆਏ ਤਾਕੇ ਮੁਖ ਸ਼ਾਰ ਡਾਰ ਕੈ। ਜੈਸੇ ਵਸ਼ ਹੇਤ ਗਊ ਸੰਚਤ ਹੈ ਖੀਰ, ਤਾਹੇ ਲੇਤ ਹੈ ਅਹੀਰ, ਦੋਹੇ ਬਸ਼ਰੇ ਬਿਡਾਰ ਕੈ। ਕਹਿੰਦੇ ਗਊ ਜਿਹੜੀ ਹੈ ਨਾ, ਉਹ ਵੱਛੇ ਵਾਸਤੇ ਦੁੱਧ ਇਕੱਠਾ ਕਰਦੀ ਹੈ ਆਪਣੇ ਥਣਾਂ ਦੇ ਵਿੱਚ, ਪਰ ਜਿਹੜਾ ਅਹੀਰ ਗਵਾਲਾ ਹੈ, ਉਹ ਕਹਿੰਦੇ ਵੱਛੇ ਨੂੰ ਪਰਾਂ ਹਟਾ ਕੇ ਦੁੱਧ ਆਪ ਚੋ ਲੈਂਦਾ ਹੈ। ਜੈਸੇ ਧਰ ਖੋਦ ਖੋਦ ਬਿਲ ਸਾਜੇ ਮੂਸਾ, ਪੈਸਤ ਸਰਪਤਾ ਖਾਏ ਧਾਏ ਮਾਰ ਕੈ। ਕਹਿੰਦੇ ਜਿਹੜਾ ਚੂਹਾ ਹੈ, ਉਹ ਬੜੀ ਮਿਹਨਤ ਦੇ ਨਾਲ ਆਪਣੀ ਖੁੱਡ ਰੁੱਡ ਬਣਾਉਂਦਾ ਹੈ ਲੰਬੀ ਸਾਰੀ। ਸੱਪ ਆ ਕੇ ਕਹਿੰਦੇ ਨਾਲੇ ਤਾਂ ਉਹਨੂੰ ਖਾ ਲੈਂਦਾ ਹੈ, ਨਾਲੇ ਉਹਦੀ ਰੁੱਡ ਤੇ ਕਬਜ਼ਾ ਕਰ ਲੈਂਦਾ ਹੈ। ਕਹਿੰਦੇ ਤੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਵੇਗੀ, ਜੇਕਰ ਤੂੰ ਹੇਰਾ ਫੇਰੀ ਕੀਤੀ, ਬੇਈਮਾਨੀ ਕੀਤੀ, ਧੋਖਾ ਧੜੀ ਕੀਤੀ। ਤੈਸੇ ਕੋਟ ਪਾਪ ਕਰ, ਜੋਰ ਜੋਰ ਮੂੜ ਮਾਇਆ, ਅੰਤ ਕਾਲ ਛੋੜ ਚੱਲੇ ਦੋਨੋਂ ਕਚਾਰ ਕੈ। ਕਹਿੰਦੇ ਮਾਇਆ ਇਕੱਠੀ ਕੀਤੀ, ਮਿਹਨਤ ਕਰਕੇ ਨਹੀਂ, ਪਾਪ ਕਰ ਕਰਕੇ, ਹੇਰਾ ਫੇਰੀਆਂ ਕਰਕੇ, ਬੇਈਮਾਨੀਆਂ ਕਰਕੇ, ਮਿਲਾਵਟਾਂ ਕਰਕੇ, ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਕੇ। ਤੈਸੇ ਕੋਟ ਪਾਪ ਕਰ, ਜੋਰ ਜੋਰ ਮੂੜ ਮਾਇਆ, ਅੰਤ ਕਾਲ ਛੋੜ ਚੱਲੇ ਦੋਨੋਂ ਕਰ ਝਾੜ ਕੈ। ਅੰਤ ਨੂੰ ਕਹਿੰਦੇ ਦੋਨੋਂ ਹੱਥ ਝਾੜ ਕੇ ਤੂੰ ਤੁਰ ਜਾਵੇਂਗਾ, ਤੇਰੇ ਪੱਲੇ ਕੀ ਪਵੇਗਾ, ਇਹਨੇ ਸੁੱਖ ਕੋਈ ਨਹੀਂ ਦੇਣਾ। ਸਮਝਾਉਂਦੇ ਹਨ, ਜਿਉ ਮਧਮਾਖੀ ਸੰਚੈ ਅਪਾਰ, ਮਦ ਲੀਨੋ ਮੁਖ ਦੀਨੀ ਸ਼ਾਰ, ਗਊ ਬਾਸ਼ ਕੋ ਸੰਚੈ ਖੀਰ, ਗਲਾ ਬਾਂਧ ਦੋਏ ਲੈ ਅਹੀਰ। ਮਹਾਰਾਜ ਗੁਰਬਾਣੀ ਵਿੱਚ ਵੀ ਭਗਤ ਨਾਮਦੇਵ ਜੀ ਫਰਮਾਉਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ ਕਿ ਤੂੰ ਧਨ ਇਕੱਠਾ ਕਰਦਾ ਹੈ, ਇੱਕ ਤਾਂ ਛਲ ਕਰਕੇ, ਦੂਸਰਾ ਨੁਕਤਾ ਮਹਾਰਾਜ ਜੀ ਸਾਡੇ ਸਾਹਮਣੇ ਰੱਖਦੇ ਹਨ ਕਿ ਛਿਦਰ ਦੇ ਨਾਲ, ਭਾਵ ਆਪਣੀ ਮਸ਼ਹੂਰੀ ਕਰਨੀ, ਦੂਸਰਿਆਂ ਦੇ ਜਿਹੜੇ ਔਗਣ ਹਨ ਉਹਨਾਂ ਨੂੰ ਜਗ ਜ਼ਾਹਰ ਕਰਨਾ, ਉਹ ਸੰਸਾਰ ਦੇ ਸਾਹਮਣੇ ਰੱਖਣੇ, ਪਰਦੇ ਚੁੱਕਣੇ।
ਕਹਿੰਦੇ ਇਸ ਤਰੀਕੇ ਦੇ ਨਾਲ ਤੂੰ ਮਹਾਨ ਨਹੀਂ ਹੋ ਸਕੇਗਾ। ਮਹਾਨ ਉਹੀ ਹੁੰਦੇ ਹਨ ਜਿਹੜੇ ਦੂਸਰਿਆਂ ਦਾ ਸਨਮਾਨ ਕਰਦੇ ਹਨ, ਉਹਨਾਂ ਨੂੰ ਸਨਮਾਨ ਮਿਲ ਜਾਂਦਾ ਹੈ। ਇਹ ਵਾਹਿਗੁਰੂ ਦਾ ਵਿਧਾਨ ਹੈ। ਦਿੱਤਾ ਲਈਐ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਜੋ ਕਿਸੇ ਦਾ ਅਪਮਾਨ ਕਰਦਾ ਹੈ, ਇੱਕ ਦਿਨ ਉਸ ਦਾ ਅਪਮਾਨ ਹੁੰਦਾ ਹੈ। ਜਿਹੜਾ ਕਿਸੇ ਨੂੰ ਸਨਮਾਨ ਦਿੰਦਾ ਹੈ, ਉਹਦਾ ਜ਼ਰੂਰ ਸਨਮਾਨ ਹੁੰਦਾ ਹੈ। ਇਹ ਵਾਹਿਗੁਰੂ ਦਾ ਵਿਧਾਨ ਹੈ। ਦਾਸ ਕਈ ਵਾਰੀ ਹੈਰਾਨ ਹੁੰਦਾ ਹੈ। ਚਲੋ ਵਪਾਰ ਦੀ ਦੁਨੀਆ ਦੇ ਵਿੱਚ ਤਾਂ ਇਸ ਤਰ੍ਹਾਂ ਚੱਲਦਾ ਹੈ ਵੀ ਫਲਾਣੇ ਦੀ ਦੁਕਾਨ ਦਾ ਸੌਦਾ ਮਾੜਾ ਹੈ, ਮੇਰੀ ਦਾ ਚੰਗਾ ਹੈ। ਧਾਰਮਿਕ ਜਗਤ ਵਿੱਚ ਵੀ ਐਸਾ ਚੱਲਦਾ ਹੈ। ਦੂਸਰਾ ਕਿਹੜਾ ਗਿਆਨੀ ਹੈ? ਮੇਰੇ ਕੋਲ ਜ਼ਿਆਦਾ ਗਿਆਨ ਹੈ। ਦੂਜੇ ਕੋਲ ਕੀ ਹੈ? ਦੂਜਾ ਕਿਹੜਾ ਕੀਰਤਨ ਕਰਦਾ ਹੈ? ਮੈਂ ਸੋਹਣਾ ਕੀਰਤਨ ਕਰਦਾ ਹਾਂ, ਮੈਂ ਵਧੀਆ ਕਥਾ ਕਰਦਾ ਹਾਂ। ਦੂਸਰਾ ਨਹੀਂ ਕੋਈ ਚੰਗੀ ਕਰਦਾ। ਦੂਸਰੇ ਵਿੱਚ ਤਾਂ ਇਹ ਔਗਣ ਹੈ, ਇਹ ਔਗਣ ਹੈ। ਮਹਾਰਾਜ ਕਹਿੰਦੇ ਦੂਸਰਿਆਂ ਦੇ ਔਗਣਾਂ ਤੇ ਪਰਦਾ ਪਾਉਣ ਦੀ ਜਾਚ ਸਿੱਖ। ਐਸਾ ਕਿਹੜਾ ਮਾਇਆ ਲਾਲ ਹੈ ਜਿਹਦੇ ਵਿੱਚ ਔਗਣ ਨਹੀਂ? ਸਭ ਦੇ ਵਿੱਚ ਹੁੰਦੇ ਹਨ। ਵਿਦਵਾਨਾਂ ਦਾ ਜ਼ਿਕਰ ਹੈ, ਜਬ ਨਾ ਥੀ ਆਪਣੀ ਖਬਰ, ਦੇਖਤੇ ਥੇ ਔरों के ऐबो हुनर। जब अपनी खबर पड़ी तब कोई बेगाना ना रहा। ਬੰਦਾ ਉਹਨਾਂ ਚਿਰ ਤੱਕ ਹੀ ਦੂਸਰਿਆਂ ਦੇ ਔਗਣ ਫਰੋਲਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਆਪਣੇ ਅੰਦਰ ਝਾਤ ਨਹੀਂ ਪਾਉਂਦਾ ਹੈ। ਜਿਸ ਦਿਨ ਆਪਣੇ ਅੰਦਰ ਝਾਤ ਪਾਉਣ ਦੀ ਜਾਚ ਆ ਗਈ, ਫਿਰ ਪਤਾ ਚੱਲੇਗਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮਹਾਰਾਜ ਸਮਝਾਉਂਦੇ ਹਨ, ਕਹਿੰਦੇ ਛਿਦਰ ਦੇ ਨਾਲ ਦੂਸਰਿਆਂ ਦੇ ਔਗਣ ਫਰੋਲ ਕੇ ਤੂੰ ਇਹ ਕੁਝ ਕਰਦਾ ਹੈ। ਨਾਨਕ ਬਿਨ ਹਰ ਸੰਗ ਨਾ ਚਾਲ, ਤੇ ਨਾਲ ਚੱਲਣ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੈ। ਸ਼ੁਭ ਕਰਮ ਹਨ। ਮਰਗਟ ਲਓ ਸਭ ਲੋਗ ਕੁਟੰਬ ਭਇਓ, ਆਗੈ ਹੰਸ ਅਕੇਲਾ। ਧਨ ਤਾਂ ਸਵਾਸ ਨਿਕਲਦਿਆਂ ਹੀ ਬੇਗਾਨਾ, ਸਾਕ ਸੰਬੰਧੀ ਵੱਧ ਤੋਂ ਵੱਧ ਮੜੀਆਂ ਕਬਰਾਂ ਤੱਕ ਚਲੇ ਜਾਣਗੇ। ਅੱਗੇ ਤਾਂ ਇਕੱਲੇ ਨੂੰ ਹੀ ਜਾਣਾ ਪੈਣਾ ਹੈ। ਨਾਲ ਫਿਰ ਜਾਂਦਾ ਹੈ ਪਰਮਾਤਮਾ ਦਾ ਨਾਮ, ਚੰਗੇ ਗੁਣ ਜਾਂਦੇ ਹਨ, ਨੇਕੀਆਂ ਨਾਲ ਜਾਂਦੀਆਂ ਹਨ। ਕਹਿੰਦੇ ਇਹ ਸਾਰਾ ਕੁਝ ਜਿਹੜਾ ਹੈ ਨਾ ਤੇਰੇ ਨਾਲ ਜਾਣ ਵਾਲਾ ਨਹੀਂ। ਵੇਖੰਦੜੋ ਕੀ ਭੁੱਲਾ, ਤੁਮਾ ਦਿਸਮ ਸੋਹਣਾ। ਮਹਾਰਾਜ ਸਮਝਾਉਂਦੇ ਹਨ ਕਿ ਬਈ ਇਹ ਤੇਰੇ ਦੇਖਣ ਦੀ ਭੁੱਲ ਹੈ। ਜਿਹੜਾ ਤੁਮਾ ਹੈ ਦੇਖਣ ਨੂੰ ਬਹੁਤ ਪੀਲਾ ਪੀਲਾ ਸੋਹਣਾ ਲੱਗਦਾ ਹੈ, ਸੁੰਦਰ ਲੱਗਦਾ ਹੈ। ਹੱਡ ਨਾਲ ਹੰਦੜੋ ਮੋਲਾ, ਨਾਨਕ ਸਾਥ ਨਾ ਜੁਲਈ ਮਾਇਆ। ਉਹਦੀ ਸ਼ਕਲ ਹੀ ਖਰਬੂਜੇ ਵਰਗੀ ਹੈ, ਪਰ ਹੈ ਖਰਬੂਜਾ ਨਹੀਂ, ਹੈ ਕੌੜਾ ਹੈ। ਇਹ ਸੰਸਾਰ ਦੇ ਪਦਾਰਥ ਦੇਖਣ ਨੂੰ ਹੀ ਚੰਗੇ ਲੱਗਦੇ ਹਨ। ਇਸ ਕਰਕੇ ਤਾਂ ਹੀ ਤਾਂ ਸੰਤ ਭਗਤ ਜਿਹੜੇ ਹਨ ਮੰਗਦੇ ਹਨ ਪ੍ਰਮਾਤਮਾ ਦੇ ਕੋਲੋਂ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸੁਖ ਮੰਗਤ ਦੁੱਖ ਆਗੈ ਆਵੈ, ਸੋ ਸੁਖ ਹਮੋ ਨਾ ਮੰਗਿਆ ਭਾਵੈ। ਮਹਾਰਾਜ ਕਹਿੰਦੇ ਇਹ ਜਿਹੜੇ ਸੰਸਾਰ ਦੀ ਮੋਹ ਮਾਇਆ ਹੈ, ਤੁਮੇ ਦੀ ਤਰ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਹੈ, ਦੇਖਣ ਨੂੰ ਹੀ ਚੰਗੀ ਲੱਗਦੀ ਹੈ। ਪੌੜੀ ਅੱਡ ਨਾਲ ਹੰਦੜੋ ਮੁੱਲਾ, ਨਾਨਕ ਸਾਥ ਨਾ ਜੁਲਈ ਮਾਇਆ। ਕਹਿੰਦੇ ਤੁਮੇ ਦੀ ਕੀਮਤ ਬਹੁਤ ਥੋੜੀ ਹੈ, ਮਾਨੋ ਕਿ ਅੱਧੀ ਦਮੜੀ ਵੀ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਹਨ ਕਿ ਜਿਹੜੀ ਮਾਇਆ ਹੈ ਨਾਲ ਜਾਣ ਵਾਲੀ ਨਹੀਂ, ਇੱਥੇ ਦੀ ਇੱਥੇ ਹੀ ਰਹਿ ਜਾਂਦੀ ਹੈ। ਪੌੜੀ ਚਲਦਿਆ ਨਾਲ ਨਾ ਚੱਲੈ, ਸੋ ਕਿਉ ਸੰਜੀਆ। ਜੇ ਨਾਲ ਚੱਲਣ ਲੱਗਿਆ ਮਾਇਆ ਨੇ ਨਾਲ ਨਹੀਂ ਜਾਣਾ, ਫਿਰ ਕਹਿੰਦੇ ਪਾਪ ਕਰ ਕਰਕੇ, ਹੇਰਾ ਫੇਰੀਆਂ ਕਰ ਕਰਕੇ, ਬੇਈਮਾਨੀਆਂ ਕਰ ਕਰਕੇ
ਗੁਰੂ ਨੂੰ 2 ਨੰਬਰ ਤੇ ਰੱਖ ਕੇ, ਪ੍ਰਮਾਤਮਾ ਨੂੰ 2 ਨੰਬਰ ਤੇ ਰੱਖ ਕੇ, ਮਾਇਆ ਨੂੰ 1 ਨੰਬਰ ਤੇ ਰੱਖ ਕੇ ਕੀ ਲਾਭ ਮਿਲੇਗਾ? ਆਪਾਂ ਇਹ ਕਹਿੰਦੇ ਆ ਨਾ, ਚਲੋ ਕੋਈ ਗੱਲ ਨਹੀਂ, ਮਰਜ਼ਾਦਾ ਬਾਅਦ ਵਿੱਚ ਦੇਖ ਲਵਾਂਗੇ, ਗੁਰੂ ਦੀ ਮੱਤ ਨੂੰ ਬਾਅਦ ਵਿੱਚ ਦੇਖ ਲਵਾਂਗੇ, ਪਹਿਲਾਂ ਇਹ ਕੰਮ ਕਰ ਲਈਏ। ਮਹਾਰਾਜ ਕਹਿੰਦੇ ਇੰਜ ਨਾ ਕਰ, ਗੁਰੂ ਨੂੰ 1 ਨੰਬਰ ਤੇ ਰੱਖ। अब हम चली ठाकुर पै हार, जब हम शरण प्रभु की आई, राख प्रभु भावे मार। लोगन की चतुराई उपमा तेबै संतर जार, भावे भला कहो भावे बुरा करो, हम तन दियो है ढार। ਕਹਿੰਦੇ ਭਾਵੇਂ ਲਾਹਾ ਹੋਵੇ ਭਾਵੇਂ ਘਾਟਾ ਹੋਵੇ, ਇਹਨਾਂ ਚੱਕਰਾਂ ਵਿੱਚ ਨਾ ਪੈ, ਵਾਹਿਗੁਰੂ ਤੇਰੇ ਆਪੇ ਘਾਟੇ ਪੂਰੇ ਕਰ ਦੇਵੇਗਾ, ਉਹਨੂੰ ਫਿਕਰ ਹੈ ਸਭ ਦਾ। ਇਸ ਕਰਕੇ ਗੁਰੂ ਨੂੰ 1 ਨੰਬਰ ਤੇ ਰੱਖ, ਪਰਮਾਤਮਾ ਨੂੰ 1 ਨੰਬਰ ਤੇ ਰੱਖ। ਜੇ ਨਾਲ ਚੱਲਣ ਲੱਗਿਆ ਚੱਲਣੀ ਨਹੀਂ, ਫਿਰ ਪਾਪ ਕਰ ਕਰਕੇ ਕਿਉਂ ਇਕੱਠੀ ਕਰੀਏ। ਤਿਸ ਕਾ ਕਹੋ ਕਿਆ ਜਤਨ, ਜਿਸ ਤੇ ਵੰਜੀਆ। ਉਸ ਦਾ ਕੀ ਯਤਨ ਕਰਨਾ ਹੈ, ਜਿਸ ਤੋਂ ਫਿਰ ਕਹਿੰਦੇ ਅਖੀਰ ਵੰਚਿਤ ਰਹਿ ਜਾਈਦਾ ਹੈ। ਹਰ ਬਿਸਰਿਆ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਆ। ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਕਿਵੇਂ ਤ੍ਰਿਪਤ ਹੋ ਸਕੀਦਾ ਹੈ। ਇਹ ਕਹਿੰਦੇ ਤ੍ਰਿਸ਼ਨਾ ਜਿਹੜੀ ਹੈ ਨਾ, ਅੱਗੇ ਤੋਂ ਅੱਗੇ ਚੱਲਦੀ ਰਹਿੰਦੀ ਹੈ। ਜੈਸੇ ਮਿਰਗ ਤ੍ਰਿਸ਼ਨਾ ਲਉ ਧਾਵੈ, ਮਿਰਗ ਤ੍ਰਿਖਾਵੰਤ ਆਵਤ ਨਾ ਸ਼ਾਂਤ, ਭਰਮ ਭਰਮਤ ਹਿਰਾਨੋ ਹੈ। ਬੰਦਾ ਕਹਿੰਦਾ ਮੈਨੂੰ ਇਹ ਚੀਜ਼ ਮਿਲ ਜਾਵੇ ਫਿਰ ਮੈਂ ਸੰਤੁਸ਼ਟ ਹੋ ਜਾਵਾਂਗਾ, ਵਾਹਿਗੁਰੂ ਉਹ ਦੇ ਦਿੰਦਾ ਹੈ। ਕਹਿੰਦਾ ਨਹੀਂ, ਮੇਰਾ ਆਹ ਕੰਮ ਹੋ ਜਾਵੇ ਫਿਰ ਮੈਂ ਸੰਤੁਸ਼ਟ ਹੋ ਜਾਵਾਂਗਾ, ਗੁਰੂ ਬੰਦੇ ਨੂੰ ਉਹ ਵੀ ਦੇ ਦਿੰਦਾ ਹੈ। ਪਰ ਇਹਦੀ ਤ੍ਰਿਸ਼ਨਾ ਕਿੱਥੇ ਰੁਕਦੀ ਹੈ। ਕਹਿੰਦੇ ਨਹੀਂ, ਹੁਣ ਮੈਨੂੰ ਇਹ ਚੀਜ਼ ਮਿਲ ਜਾਵੇ ਨਾ ਫਿਰ ਮੈਂ ਸੰਤੁਸ਼ਟ ਹੋ ਜਾਵਾਂਗਾ। ਭਾਈ ਸਾਹਿਬ ਜੀ ਕਹਿੰਦੇ ਇਹ ਮਿਰਗ ਤ੍ਰਿਸ਼ਨਾ ਹੈ, ਹਿਰਨ ਦੀ ਦੌੜ ਹੈ। ਇਹ ਕਦੇ ਵਾਸਤੇ ਪਦਾਰਥਾਂ ਦੇ ਨਾਲ ਤੂੰ ਸੰਤੁਸ਼ਟ ਹੋ ਹੀ ਨਹੀਂ ਸਕਦਾ ਹੈ। ਜਿਵੇਂ ਮਾਰੂਥਾਲ ਦੇ ਵਿੱਚ ਚਮਕਦੀ ਹੋਈ ਰੇਤ ਪਾਣੀ ਪ੍ਰਤੀਤ ਹੁੰਦੀ ਹੈ, ਹਿਰਨ ਜਦ ਉਸ ਤੱਕ ਪਹੁੰਚਦਾ ਹੈ ਪਤਾ ਚੱਲਦਾ ਹੈ ਇਹ ਪਾਣੀ ਨਹੀਂ, ਇਹ ਤਾਂ ਰੇਤ ਹੈ। ਇਹ ਪਦਾਰਥ ਵੀ ਕਹਿੰਦੇ ਹੈ ਤਾਂ ਰੇਤ ਪਰ ਪਾਣੀ ਦੀ ਤਰ੍ਹਾਂ ਚਮਕ ਰਹੇ ਹਨ। ਜਿੰਨੇ ਮਰਜ਼ੀ ਪਦਾਰਥਾਂ ਤੱਕ ਤੂੰ ਪਹੁੰਚ ਜਾਵੇਂ ਪਾਣੀ ਨਹੀਂ ਮਿਲੇਗਾ, ਰੇਤ ਹੀ ਮਿਲੇਗੀ। ਆਵਤ ਨਾ ਸ਼ਾਂਤ ਭਰਮ ਭਰਮਤ ਹਿਰਾਨੋ ਹੈ, ਤੈਸੇ ਮਾਇਆ ਧੰਦ ਬੰਦ ਅਵਧ ਬਿਹਾਏ ਜਾਏ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਇਹ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਬੰਦੇ ਨੂੰ ਤ੍ਰਿਪਤੀ ਨਹੀਂ ਹੋ ਸਕਦੀ, ਸੰਤੁਸ਼ਟੀ ਨਹੀਂ ਹੋ ਸਕਦੀ। ਮਨ ਜਿਹੜਾ ਹੈ ਨਾ ਉਹ ਰੱਜ ਨਹੀਂ ਸਕਦਾ ਹੈ। ਪ੍ਰਭੂ ਛੋੜਿਆ ਨ ਲਾਗਾ, ਨਰਕ ਸਮਝੀਆ। ਵਾਹਿਗੁਰੂ ਨੂੰ ਭੁਲਾ ਕੇ ਹੋਰ ਕੰਮਾਂ ਦੇ ਵਿੱਚ ਆਪਣੀ ਬਿਰਤੀ ਨੂੰ ਜੋੜ ਕੇ ਰੱਖਣਾ, ਕਹਿੰਦੇ ਫਿਰ ਅਖੀਰ ਜੀਵ ਨੂੰ ਨਰਕਾਂ ਦੇ ਵਿੱਚ ਪੈਣਾ ਪੈਂਦਾ ਹੈ। ਕਿਰਪਾਲ ਦਿਆਲ ਨਾਨਕ ਪਾਉ ਭੰਜੀਆ। ਅਖੀਰਲੀ ਪੰਕਤੀ ਵਿੱਚ ਮਹਾਰਾਜ ਜੀ ਸਮਝਾਉਂਦੇ ਹਨ ਕਿ ਹੇ ਵਾਹਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ, ਦਇਆ ਕਰੋ, ਸਾਡਾ ਜਿਹੜਾ ਜਨਮ ਮਰਨ ਦਾ ਭਉ ਹੈ ਇਹ ਕੱਟ ਦਿਓ, ਹਰ ਪ੍ਰਕਾਰ ਦਾ ਭਉ ਕੱਟ ਦਿਓ। ਮਨੁੱਖ ਭੈ ਭੀਤ ਹੋ ਕੇ ਜੀਵਦਾ ਹੈ। ਮਹਾਰਾਜ ਸਮਝਾਉਂਦੇ ਹਨ ਕਿ ਜੀਵ ਨੇ ਭੈ ਦੇ ਵਿੱਚ ਨਹੀਂ ਜੀਵਣਾ ਹੈ, ਨਾ ਹੀ ਸੰਸਾਰ ਦੇ ਵਿੱਚ ਖਚਿਤ ਹੋਣਾ, ਨਾ ਹੀ ਭੈ ਹੀ ਕਰਨਾ ਹੈ। ਕੀ ਕਰਨਾ ਹੈ? ਚਿੰਤਾ ਨਹੀਂ ਕਰਨੀ, ਚਿੰਤਨ ਕਰਨਾ ਹੈ, ਸਿਮਰਨ ਕਰਨਾ ਹੈ। ਉਸ ਤਰ੍ਹਾਂ ਵਰਤਨ ਵੈ ਰਾਗ ਰੱਖਣਾ ਗੁਰਮੁਖ ਨੇ, ਪਰ ਬਿਰਤੀ ਉਸਾਰੂ ਰੱਖਣੀ ਹੈ। ਤਿਆਗ ਨਹੀਂ ਕਰਨਾ ਹੈ ਕਿਸੇ ਗੱਲ ਦਾ, ਮਨ ਦਾ ਤਿਆਗ ਕਰਨਾ ਹੈ। ਲੋਗ ਕੁਟੰਬ ਸਭੋ ਤੇ ਤੋਰੈ, ਤਉ ਆਪਨ ਵੇਢੀ ਆਵੈ ਹੋ। ਜਦ ਆਪਾਂ ਮਨ ਦਾ ਸੰਬੰਧ ਤੋੜਦੇ ਹਾਂ, ਮਨ ਦਾ ਸੰਬੰਧ ਗੁਰੂ ਦੇ ਨਾਲ ਜੋੜਦੇ ਹਾਂ, ਪਰਮਾਤਮਾ ਦੇ ਨਾਲ ਜੋੜਦੇ ਹਾਂ, ਫਿਰ ਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਦੇ ਪਾਤਰ ਬਣਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਮੂਲ ਰੂਪ ਦੇ ਵਿੱਚ, ਸ਼ਬਦ ਦੇ ਵਿੱਚ
ਸਾਨੂੰ ਇਹ ਸਮਝਾਇਆ ਹੈ ਕਿ ਰਾਜ ਪਾਠ ਉਦੋਂ ਕਪਟ ਬਣ ਜਾਂਦਾ ਹੈ, ਛਲ ਬਣ ਜਾਂਦਾ ਹੈ, ਜਿਸ ਵਕਤ ਬੰਦਾ ਇਹਦਾ ਹੰਕਾਰ ਕਰਨ ਲੱਗ ਪੈਂਦਾ ਹੈ। ਤੁਲਸੀ ਜੀ ਦੇ ਬਚਨ ਹਨ, ਐਸੋ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਵੱਡੇ ਵੱਡਿਆਂ ਦੀ ਬੁੱਧ ਖਰਾਬ ਹੋ ਜਾਂਦੀ ਹੈ ਜਦੋਂ ਬੰਦੇ ਨੂੰ ਕੋਈ ਕੁਰਸੀ ਮਿਲ ਜਾਂਦੀ ਹੈ। ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਕੁਰਸੀ ਤੇ ਬੈਠ ਕੇ ਫਿਰ ਵੀ ਆਪਣੀ ਮੱਤ ਨੂੰ ਟਿਕਾਣੇ ਰੱਖਦੇ ਹਨ। ਆਪਾਂ ਇਹ ਮਾਲਕ ਦੇ ਕੋਲੋਂ ਮੰਗਣਾ ਹੈ ਸਾਡੀ ਮੱਤ ਟਿਕਾਣੇ ਰਵੇ, ਭਾਵੇਂ ਕੁਰਸੀਆਂ ਮਿਲਣ, ਭਾਵੇਂ ਧਨ ਮਿਲੇ, ਭਾਵੇਂ ਪ੍ਰਭਤਾ ਮਿਲੇ, ਪਰ ਇਹਨਾਂ ਦਾ ਹੰਕਾਰ ਨਾ ਹੋਵੇ। ਐਸੀ ਦਾਤ ਆਪਾਂ ਸ਼ਬਦ ਦੀ ਦਾਤ, ਕਿਉਂਕਿ ਇਹ ਸ਼ਬਦ ਦੇ ਨਾਲ ਹੀ ਸੰਭਵ ਹੋ ਸਕਦਾ ਹੈ। ਆਪਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਸੋਂ ਇਹ ਦਾਤਾਂ ਜਿਹੜੀਆਂ ਹਨ ਮੰਗਣੀਆਂ ਹਨ। ਆਓ ਸਾਰੇ ਅਰਦਾਸ ਕਰੀਏ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਜਾਚਕ ਮੰਗੇ ਦਾਨ ਦੇ ਪਿਆਰਿਆ, ਜਾਚਕ ਮੰਗੇ ਦਾਨ ਦੇ ਪਿਆਰਿਆ, ਜਾਚਕ ਮੰਗੈ ਦਾਨ ਦੇ ਪਿਆਰਿਆ, ਜਾਚਕ ਮੰਗੈ ਦਾਨ ਦੇ ਪਿਆਰਿਆ। ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨ ਜਾਈ ਮੂਲ ਤੁਲ ਭੰਡਾਰਿਆ, ਨਿਖੁੱਟ ਨ ਜਾਈ ਮੂਲ ਤੁਲ ਭੰਡਾਰਿਆ, ਨਿਖੁੱਟ ਨ ਜਾਈ ਮੂਲ ਤੁਲ ਭੰਡਾਰਿਆ, ਨਿਖੁੱਟ ਨ ਜਾਈ ਮੂਲ ਤੁਲ ਭੰਡਾਰਿਆ। ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਸਾਧ ਸੰਗਤ ਜੀ ਸਾਬਤ ਸੂਰਤ ਹੋਈਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਪਰਲੋਕ ਸਹੇਲੇ ਹੋਵਣ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਪ੍ਰਭੂ ਛੋੜਿਆ ਨ ਲਾਗਾ ਨਰਕ ਸਮੰਜੀਆ, ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।